ਸਤਿ ਸ਼੍ਰੀ ਅਕਾਲ ਜੀ। ਮੈਂ ਜਸਪ੍ਰੀਤ ਸਿੰਘ ਪੰਜਾਬ ਅਕੈਡਮੀ ਆਨਲਾਈਨ ਦੇ ਵਿੱਚੋਂ ਆਪਣੇ ਜਿਹੜਾ ਗੁਰੂ ਪੀਰੀਅਡ ਚੱਲ ਰਿਹਾ ਸੀਗਾ, ਪਹਿਲੇ 5 ਗੁਰੂ ਜਿਹੜੇ ਹੈਗੇ ਆ ਪਹਿਲੀ ਵੀਡੀਓ ਦੇ ਵਿੱਚ ਆਪਾਂ ਕਰ ਚੁੱਕੇ ਹਾਂ ਜੀ। ਅੱਗੇ ਜਿਹੜੇ ਗੁਰੂ ਪੀਰੀਅਡ ਰਹਿੰਦਾ ਉਹ ਇਸ ਵੀਡੀਓ ਦੇ ਵਿੱਚ ਕੰਪਲੀਟ ਹੋ ਜਾਵੇਗਾ, ਠੀਕ ਹੈ। ਉਸ ਤੋਂ ਬਾਅਦ ਇੱਕ ਵੀਡੀਓ ਹੋਰ ਆਵੇਗੀ ਪੰਜਾਬ ਜੀਕੇ ਦੇ ਵਿੱਚ, ਜਿਹਦੇ ਵਿੱਚ ਬੰਦਾ ਸਿੰਘ ਬਹਾਦਰ ਜੀ ਅਤੇ ਮਹਾਰਾਜਾ ਰਣਜੀਤ ਸਿੰਘ, ਠੀਕ ਹੈ ਜੀ, ਦਲ ਖਾਲਸਾ, ਜਿੰਨੀਆਂ ਵੀ ਮਿਸਲਾਂ ਹੋਣੀਆਂ ਉਸ ਵੀਡੀਓ ਦੇ ਵਿੱਚ ਕੰਪਲੀਟ ਕਰ ਦਿੱਤੀਆਂ ਜਾਣਗੀਆਂ, ਠੀਕ ਹੈ ਜੀ। ਇੱਕ ਵੀਡੀਓ ਤੁਹਾਡੀ ਆਪਣੀ ਆਵੇਗੀ ਰਿਵਰ ਸਿਸਟਮ ਤੇ, ਜਿਸ ਕਾਰਨ ਦੋ ਵੀਡੀਓ ਦੇ ਵਿੱਚ ਦੋ ਲੈਕਚਰਾਂ ਦੇ ਵਿੱਚ ਆਪਣਾ ਜਿਹੜੀ ਹੈਗੀ ਪੰਜਾਬ ਜੀ ਕੇ ਕੰਪਲੀਟ ਹੋ ਜਾਵੇਗੀ। ਉਸ ਤੋਂ ਬਾਅਦ ਜਿਹੜੀ ਹੈਗੀ ਆਪਣੀ ਸਟਾਰਟ ਹੋਵੇਗੀ, ਤੁਸੀਂ ਦੱਸ ਦਿਓ ਪੋਲਿਟੀ ਸਟਾਰਟ ਕਰਨੀ ਹੈ ਕਿ ਹਿਸਟਰੀ ਦਾ ਜਿਹੜਾ ਹੈਗਾ ਮਾਡਰਨ ਹਿਸਟਰੀ ਸਟਾਰਟ ਕਰਨੀ ਹੈ ਜਾਂ ਜੀਓਗ੍ਰਾਫੀ ਸਟਾਰਟ ਕਰਨੀ ਹੈ। ਤੁਸੀਂ ਆਪਣਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਤਾਂ ਜੋ ਆਪਾਂ ਉਸ ਸਬਜੈਕਟ ਨੂੰ ਸਟਾਰਟ ਕਰ ਸਕੀਏ। ਚਲੋ ਜੀ, ਵਧਦੇ ਹਾਂ ਆਪਣੇ ਸੈਸ਼ਨ ਦੇ ਵੱਲ। ਅੱਛਾ, ਇੱਕ ਰਿਕੁਐਸਟ ਹੈ ਕਿ ਸੈਸ਼ਨ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ, ਤਾਂ ਜੋ ਜਿੰਨੇ ਵੀ ਕੈਂਡੀਡੇਟ ਪੰਜਾਬ ਦੀ ਪੇਪਰਾਂ ਦੀ ਤਿਆਰੀ ਕਰ ਰਹੇ ਆ ਉਹ ਜਿਹੜੇ ਹੈਗੇ ਆ ਆਪਣੀ ਤਿਆਰੀ ਕੰਪਲੀਟ ਕਰ ਸਕਣ। ਇੱਕ ਆ ਜਿਹੜਾ ਅੱਜ ਨੋਟੀਫਿਕੇਸ਼ਨ ਆ ਚੁੱਕਿਆ ਅਤੇ ਜਿਹੜਾ ਜੇਲ੍ਹ ਵਾਰਡਨ ਦਾ ਫਾਰਮ ਨੇ ਉਹ ਓਪਨ ਹੋ ਚੁੱਕੇ ਆ ਅਤੇ ਸਾਰੇ ਕੈਂਡੀਡੇਟ ਜਿੰਨੇ ਵੀ ਹੈਗੇ ਆ ਜ਼ਰੂਰ ਉਸ ਫਾਰਮ ਨੂੰ ਭਰਨ। ਚਲੋ ਜੀ, ਵਧਦੇ ਆਪਣੇ ਸੈਸ਼ਨ ਦੇ ਵੱਲ। ਆਪਣੇ 6 ਗੁਰੂ ਜਿਹੜੇ ਹੈਗੇ ਸੀਗੇ, ਗੁਰੂ ਹਰਗੋਬਿੰਦ ਜੀ ਸੀਗੇ, ਜਿਨ੍ਹਾਂ ਦਾ ਸਮਾਂ ਜਿਹੜਾ ਹੈਗਾ ਜੀ 1595 ਤੋਂ ਲੈ ਕੇ 1644 ਤੱਕ ਉਹਨਾਂ ਦਾ ਸਮਾਂ ਰਿਹਾ ਸੀਗਾ। ਤਾਂ ਇਹਨਾਂ ਦਾ ਜਿਹੜਾ ਜਨਮ ਸੀਗਾ ਉਹ ਬਟਾਲੀ ਅੰਮ੍ਰਿਤਸਰ ਦੇ ਨੇੜੇ 19 ਜੂਨ 1595 ਨੂੰ ਹੋਇਆ। ਇਹਨਾਂ ਦੇ ਪਿਤਾ ਅਰਜਨ ਦੇਵ ਜੀ ਸੀਗੇ, ਮਾਤਾ ਇਹਨਾਂ ਦੇ ਗੰਗਾ ਜੀ ਸੀਗੇ। ਇਹਨਾਂ ਦੇ 3 ਪਤਨੀਆਂ ਸੀਗੀਆਂ, ਦਮੋਦਰੀ ਜੀ, ਮਾਤਾ ਮਰਵਾਹੀ ਜੀ ਅਤੇ ਨਾਨਕੀ ਜੀ। ਇਹਨਾਂ ਦੇ 6 ਬੱਚੇ ਹੋਏ ਜੀ। ਉਹਨਾਂ ਦੇ ਵਿੱਚੋਂ 5 ਪੁੱਤਰ ਸੀਗੇ ਅਤੇ 1 ਪੁੱਤਰੀ ਸੀਗੀ। ਇਹਨਾਂ ਦੇ 5 ਪੁੱਤਰ ਜਿਹੜੇ ਹੈਗੇ ਸੀ ਗੁਰਦਿੱਤਾ ਜੀ, ਅਨੀ ਰਾਏ ਜੀ, ਸੂਰਜਮਲ ਅਤੇ ਅਟਲ ਰਾਏ ਜੀ, ਇਹ ਜਿਹੜੇ ਇਹਨਾਂ ਦੇ ਪੁੱਤਰ ਰਹੇ ਸੀਗੇ। ਤਾਂ ਉਹਨਾਂ ਦੀ ਜਿਹੜੀ 1 ਪੁੱਤਰੀ ਸੀਗੀ ਉਹਦਾ ਨਾਮ ਸੀਗਾ ਜੀ ਬੀਬੀ ਬੀਰੋ ਜੀ। ਇਹ ਕਰਨ ਦਾ ਆਪਾਂ ਨੂੰ ਤਾਂ ਹੈ ਕਿਉਂਕਿ ਅੱਗੇ ਜਿਹੜੀ ਹੈਗੀ ਹੈ ਪੀੜ੍ਹੀ ਦਰ ਪੀੜ੍ਹੀ ਜਿਹੜੀ ਹੈਗੀ ਹੈ ਗੁਰਗੱਦੀ ਜਾਵੇਗੀ। ਇਹਨਾਂ ਦੇ ਵਿੱਚੋਂ ਗੁਰਦਿੱਤਾ ਦੇ 1 ਲੜਕਾ ਸੀਗਾ, ਜਿਨ੍ਹਾਂ ਨੂੰ ਕੀ ਮਿਲੂਗੀ ਜੀ ਅੱਗੇ ਗੁਰੂ ਬਣਨਗੇ। ਤਾਂ ਜਦੋਂ ਇਹਨਾਂ ਨੂੰ ਗੁਰਗੱਦੀ ਪੀਰੀਅਡ ਮਿਲਿਆ 1606 ਈਸਵੀ ਦੇ ਵਿੱਚ, ਤਾਂ ਉਦੋਂ ਗੁਰੂ ਹਰਗੋਬਿੰਦ ਜੀ ਦੀ ਉਮਰ ਜਿਹੜੀ ਹੈਗੀ ਸੀਗੀ ਕਿੰਨੇ ਸਾਲ ਦੀ ਸੀਗੀ ਜੀ? 11 ਸਾਲ ਦੀ ਸੀਗੀ। ਤਾਂ 1606 ਆਪ ਜੀ ਨੂੰ 11 ਸਾਲ ਦੀ ਉਮਰ ਦੇ ਵਿੱਚ 1606 ਈਸਵੀ ਦੇ ਵਿੱਚ ਗੁਰਗੱਦੀ ਮਿਲੀ। ਤਾਂ ਇਹਨਾਂ ਦੀ ਜਿਹੜੀ ਮੁੱਢਲੀ ਸਿੱਖਿਆ ਸੀਗੀ ਉਹ ਕਿਹਦੇ ਦੁਆਰਾ ਕੰਪਲੀਟ ਕਰਵਾਈ ਗਈ ਜਾਂ ਕਿਹਦੇ ਦੁਆਰਾ ਪ੍ਰਾਪਤ ਕੀਤੀ? ਤਾਂ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਦੁਆਰਾ ਇਹਨਾਂ ਦੀ ਜਿਹੜੀ ਹੈਗੀ ਮੁੱਢਲੀ ਸਿੱਖਿਆ ਸੀਗੀ ਉਹ ਕੀ ਕੀਤਾ ਗਿਆ ਜੀ? ਪ੍ਰਾਪਤ ਕੀਤੀ। ਤਾਂ ਭਾਈ ਗੁਰਦਾਸ ਜੀ ਤੋਂ ਜਿਹੜਾ ਇਹਨਾਂ ਨੇ ਗਿਆਨ ਲੈਤਾ ਉਹ ਧਾਰਮਿਕ ਗਿਆਨ ਧਾਰਮਿਕ ਗਿਆਨ ਕਿਹਨਾਂ ਤੋਂ ਪ੍ਰਾਪਤ ਕੀਤਾ ਜੀ? ਭਾਈ ਗੁਰਦਾਸ ਜੀ ਤੋਂ। ਅਤੇ ਬਾਬਾ ਬੁੱਢਾ ਜੀ ਤੋਂ ਕੀ ਪ੍ਰਾਪਤ ਕੀਤਾ ਸੀਗਾ ਉਹਨਾਂ ਨੇ? ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤਾ ਸੀਗਾ ਤਲਵਾਰਬਾਜੀ ਅਤੇ ਤੀਰ ਅੰਦਾਜ਼ੀ। ਤਲਵਾਰਬਾਜੀ ਅਤੇ ਤੀਰ ਅੰਦਾਜ਼ੀ ਜਿਹੜਾ ਹੈਗਾ ਜੀ ਇਹਨਾਂ ਨੇ ਆਪਣੀ ਪ੍ਰਾਪਤ ਕੀਤਾ ਬਾਬਾ ਬੁੱਢਾ ਜੀ ਤੋਂ, ਅਤੇ ਭਾਈ ਗੁਰਦਾਸ ਤੋਂ ਪ੍ਰਾਪਤ ਕੀਤਾ ਸੀ ਇਹਨਾਂ ਨੇ ਆਪਣਾ ਜਿਹੜਾ ਹੈਗਾ ਜੀ ਧਾਰਮਿਕ ਗਿਆਨ। ਅੱਗੇ ਸੈਸ਼ਨ ਵੱਲ ਵਧਦੇ ਹਾਂ। ਜਦੋਂ ਇਹ ਗੁਰਗੱਦੀ ਦੇ ਉੱਪਰ ਬੈਠੇ ਤਾਂ ਇਹਨਾਂ ਨੇ 2 ਤਲਵਾਰਾਂ ਨੂੰ ਧਾਰਨ ਕੀਤਾ। ਪਹਿਲੀ ਦਾ ਨਾਮ ਜਿਹੜਾ ਹੈਗਾ ਸੀਗਾ ਪੀਰੀ ਸੀ, ਜੋ ਕਿ ਆਤਮਿਕ ਸ਼ਾਂਤੀ ਦੇ ਲਈ ਯੂਜ਼ ਕੀਤੀ ਜਾਂਦੀ ਸੀ, ਅਤੇ ਦੂਜੀ ਜਿਹੜੀ ਹੈਗੀ ਸੀਗੀ ਤਲਵਾਰ ਜਿਹੜੀ ਹੈਗੀ ਸੀਗੀ ਮੀਰੀ ਸੀਗੀ ਜੀ, ਜਿਨ੍ਹਾਂ ਨੂੰ ਸਿੱਖਾਂ ਦੇ ਉੱਪਰ ਰਾਜ ਦਰਸਾਉਂਦੀ ਸੀ। ਬਹੁਤ ਵਾਰ ਕੁਐਸਚਨ ਰਿਪੀਟ ਹੁੰਦਾ ਹੈ ਕਿ ਉਹ ਸਿੱਖ ਦੱਸੋ ਜੋ ਆਪਣੀਆਂ 2 ਤਲਵਾਰਾਂ ਦੇ ਨਾਲ ਜਿਹੜੇ ਹੈਗੇ ਗੁਰਗੱਦੀ ਦੇ ਉੱਪਰ ਬੈਠੇ ਸੀਗੇ, ਜਾਂ ਮੀਰੀ ਪੀਰੀ ਜਿਹੜੇ ਤਲਵਾਰ ਦੇ ਮਾਲਕ ਕੌਣ ਸੀਗੇ? ਤਾਂ ਉਹ ਜ਼ਰੂਰ ਦੱਸੋ ਜੀ, ਗੁਰੂ ਹਰਗੋਬਿੰਦ ਜੀ ਸੀਗੇ। ਤਾਂ ਉਸ ਤੋਂ ਬਾਅਦ ਕੀ ਸੀਗਾ, ਇਹ ਪਹਿਲੇ ਗੁਰੂ ਸੀਗੇ ਜਿਨ੍ਹਾਂ ਨੇ ਕੀ ਕੀਤਾ ਸੀਗਾ? ਆਪਣੀ ਸੈਨਾ ਬਣਾਈ ਸੀਗੀ, ਠੀਕ ਹੈ ਜੀ। ਸਿੱਖ ਇਤਿਹਾਸ ਦੇ ਵਿੱਚ ਪਹਿਲੇ ਗੁਰੂ ਸੀਗੇ ਜਿਨ੍ਹਾਂ ਨੇ ਆਪਣਾ ਕੀ ਕੀਤਾ ਸੀਗਾ ਜੀ? ਸੈਨਾ ਬਣਾਈ। ਜਦੋਂ ਜਹਾਂਗੀਰ ਨੂੰ ਪਤਾ ਲੱਗੀ ਤਾਂ ਜਹਾਂਗੀਰ ਨੇ ਕੀ ਕੀਤਾ? ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਲਿਆ ਗਿਆ। ਤਾਂ ਇੱਥੇ ਕੈਦ ਕਰਕੇ ਉਹਨਾਂ ਨੂੰ 52 ਭਾਰਤੀ ਰਾਜਿਆਂ ਦੇ ਨਾਲ ਕੈਦ ਕਰ ਦਿੱਤਾ। ਤਾਂ ਜਦੋਂ ਉਹਨਾਂ ਦੀ ਰਿਹਾਈ ਦਾ ਸਮਾਂ ਆਇਆ ਤਾਂ ਉਹਨਾਂ ਨੇ ਜਿਹੜੇ 52 ਰਾਜੇ ਜਿਹੜੇ ਭਾਰਤੀ ਸੀਗੇ ਉਹ ਕੈਦ ਕੀਤੇ ਸੀ, ਉਹਨਾਂ ਦਾ ਵੀ ਰਿਹਾਈ ਦੀ ਮੰਗ ਉਹਨਾਂ ਤੋਂ ਰੱਖੀ। ਤਾਂ ਉਹਨਾਂ ਨੇ ਆਪਣੇ ਨਾਲ ਜਿਹੜੇ ਹੈਗੇ 52 ਰਾਜੇ ਵੀ ਰਿਹਾ ਕਰਵਾਏ, ਜਿਸ ਦੀ ਯਾਦ ਦੇ ਵਿੱਚ ਦੀਵਾਲੀ ਵਾਲੇ ਦਿਨ ਇਹਨਾਂ ਦਾ ਬੰਦੀ ਛੋੜ ਦਿਵਸ ਅੰਮ੍ਰਿਤਸਰ ਦੇ ਵਿੱਚ ਮਨਾਇਆ ਜਾਂਦਾ ਹੈ। ਮੋਸਟ ਇੰਪੋਰਟੈਂਟ ਕੁਐਸਚਨ ਬਣਦਾ, ਅਤੇ ਜ਼ਰੂਰ ਧਿਆਨ ਰੱਖਿਓ। ਬੰਦੀ ਛੋੜ ਦਿਵਸ ਜਿਹੜਾ ਹੈਗਾ ਜੀ 52 ਭਾਰਤੀ ਰਾਜੇ ਜਿਹੜੇ ਹੈਗੇ ਕੈਦ ਕੀਤੇ ਹੋਏ ਸੀਗੇ ਜਹਾਂਗੀਰ ਨੇ,
ਤਾਂ ਉਹਨਾਂ ਦੀ ਯਾਦ ਦੇ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ। ਤਾਂ ਉਸ ਤੋਂ ਬਾਅਦ ਕੀ ਹੈ ਜੀ, ਜਹਾਂਗੀਰ ਦੇ ਰਿਲੇਸ਼ਨ ਜਿਹੜੇ ਹੈਗੇ ਸੀ ਗੁਰੂ ਜੀ ਨਾਲ ਚੰਗੇ ਬਣ ਗਏ ਸੀਗੇ। ਤਾਂ ਉਹਨਾਂ ਨੇ ਕੀ ਕੀਤਾ ਕਿ ਜਦੋਂ ਅਕਾਲ ਤਖਤ ਬਣਿਆ, ਦੇਖੋ 1609 ਈਸਵੀ ਦੇ ਵਿੱਚ ਹਰਮੰਦਰ ਸਾਹਿਬ ਦੇ ਸਾਹਮਣੇ ਇੱਕ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ, ਜਿਹਨੂੰ ਕੀ ਕਹਿੰਦੇ ਸੀਗੇ, ਅਕਾਲ ਤਖਤ ਕਿਹਾ ਜਾਂਦਾ ਸੀ। ਇੱਥੇ ਕੀ ਸੀਗਾ, ਜਿੰਨੇ ਵੀ ਕਾਰਜ ਸੀਗੇ, ਜਿੰਨੇ ਵੀ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਸੀਗਾ, ਇਸ ਤਖਤ ਦੇ ਉੱਪਰ ਗੁਰੂ ਜੀ ਬੈਠ ਕੇ ਕੀ ਕਰਦੇ ਸੀ, ਲੋਕਾਂ ਨੂੰ ਇਨਸਾਫ ਦਿਵਾਇਆ ਕਰਦੇ ਸੀਗੇ। ਜਦੋਂ ਇਹ ਅਕਾਲ ਤਖਤ ਬਣਾਇਆ ਜਾ ਰਿਹਾ ਸੀਗਾ ਤਾਂ ਜਹਾਂਗੀਰ ਨੇ ਵੀ ਅਕਾਲ ਤਖਤ ਨੂੰ ਉਸਾਰੀ ਲਈ ਖਰਚ ਦੇਣ ਚਾਹਿਆ, ਤਾਂ ਗੁਰੂ ਹਰਗੋਬਿੰਦ ਜੀ ਨੇ ਇਨਕਾਰ ਕਰ ਦਿੱਤਾ। ਕਿ ਉਹਨਾਂ ਨੇ ਕਿਹਾ ਕਿ ਕਹਿੰਦਾ ਇਹ ਜਿਹੜੀ ਉਸਾਰੀ ਕਰਵਾਈ ਜਾ ਰਹੀ ਹੈ ਸਿੱਖਾਂ ਦੇ ਖੂਨ ਅਤੇ ਪਸੀਨੇ ਦੀ ਕਮਾਈ ਦੇ ਨਾਲ ਹੋਣੀ ਚਾਹੀਦੀ ਆ, ਹੋਰ ਕਿਸੇ ਤੋਂ ਕੋਈ ਵੀ ਦਾਨ ਵਗੈਰਾ ਲੈਣ ਦੀ ਸਾਨੂੰ ਲੋੜ ਨਹੀਂ ਹੈਗੀ। ਤਾਂ ਅੱਗੇ ਕੀ ਸੀਗਾ, ਉਹਨਾਂ ਨੇ ਗੁਰੂ ਜੀ ਨੇ ਰੱਖਿਆ ਦੇ ਲਈ ਅੰਮ੍ਰਿਤਸਰ ਦੇ ਵਿੱਚ ਲੋਹਗੜ੍ਹ ਦਾ ਕਿਲ੍ਹਾ ਦਾ ਨਿਰਮਾਣ ਵੀ ਕਰਵਾਇਆ। ਬਹੁਤ ਵਾਰ ਪੇਪਰ ਦੇ ਵਿੱਚ ਆ ਜਾਂਦਾ ਜੀ ਕਿ ਲੋਹਗੜ੍ਹ ਦੇ ਕਿਲ੍ਹੇ ਦਾ ਨਿਰਮਾਣ ਕਿਹਦੇ ਦੁਆਰਾ ਕਰਵਾਇਆ ਗਿਆ, ਤਾਂ ਗੁਰੂ ਹਰਗੋਬਿੰਦ ਜੀ ਦੁਆਰਾ ਕਰਵਾਇਆ ਗਿਆ ਸੀਗਾ। ਤਾਂ ਅੱਗੇ ਕੀ ਸੀਗਾ, ਸ਼ਾਹਜਹਾਨ ਦੇ ਰਾਜਾ ਬਣਨ ਉਪਰੰਤ, ਅੱਛਾ ਜਦੋਂ ਮੁਗਲ ਜਿਹੜਾ ਜਹਾਂਗੀਰ ਤੋਂ ਬਾਅਦ ਕੀ ਸੀਗਾ, ਸ਼ਾਹਜਹਾਨ ਆਇਆ, ਤੇ ਸ਼ਾਹਜਹਾਨ ਦੇ ਰਾਜਾ ਬਣਨ ਦੇ ਉਪਰੰਤ ਉਹਨਾਂ ਦੇ ਜਿਹੜੇ ਮਤਭੇਦ ਸੀਗੇ ਸਿੱਖਾਂ ਨਾਲ ਬਹੁਤ ਜ਼ਿਆਦਾ ਵੱਧ ਗਏ। ਤਾਂ ਅਪ੍ਰੈਲ 1634 ਈਸਵੀ ਨੂੰ ਅੰਮ੍ਰਿਤਸਰ ਦੀ ਇੱਕ ਲੜਾਈ ਹੋਈ, ਇਸ ਜੰਗ ਮਗਰੋਂ ਗੁਰੂ ਜੀ ਨੂੰ ਕੀ ਕੀਤਾ ਗਿਆ, ਅੰਮ੍ਰਿਤਸਰ ਸ਼ਹਿਰ ਛੱਡ ਕੇ ਕੀਰਤਪੁਰ ਚਲੇ ਗਏ। ਕੀਰਤਪੁਰ ਕੀ ਸੀਗਾ, ਉਹਨਾਂ ਨੇ ਆਖਰੀ ਜਿਹੜੇ ਸਾਲ ਸੀਗੇ 9 ਸਾਲ ਜਿਹੜੇ ਹੈਗੇ ਸੀਗੇ ਕੀਰਤਪੁਰ ਗੁਜ਼ਾਰੇ। ਇਹ ਗੁਰੂ ਜੀ ਨੇ ਕੀਰਤਪੁਰ ਨਗਰ ਵਸਾਇਆ ਸੀਗਾ ਜੀ, ਕਿਉਂਕਿ ਉੱਥੇ ਹੀ ਗਏ ਸੀਗੇ। ਠੀਕ ਹੈ, ਕੀਰਤਪੁਰ ਨਗਰ ਜਿਹੜੇ ਤੁਹਾਨੂੰ ਪੁੱਛਿਆ ਜਾਵੇ ਵੀ ਜਿਹੜੀ ਸਿਟੀ ਸੀਗੀ ਗੁਰੂ ਜੀ ਦੁਆਰਾ ਕਿਹੜੇ ਸ਼ਹਿਰ ਨੂੰ ਵਸਾਇਆ ਗਿਆ, ਤਾਂ ਕੀਰਤਪੁਰ ਸ਼ਹਿਰ ਨੂੰ ਹੀ ਵਸਾਇਆ ਗਿਆ। ਅੰਮ੍ਰਿਤਸਰ ਜਦੋਂ 1634 ਈਸਵੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਲੜਾਈ ਹੋਈ, ਸ਼ਾਹਜਹਾਨ ਰਾਜਾ ਬਣਨ ਉਪਰੰਤ ਮੁਗਲਾਂ ਨਾਲ ਮਤਭੇਦ ਜਿਹੜਾ ਵੱਧ ਗਏ ਸੀਗੇ, 1634 ਦੇ ਵਿੱਚ ਕੀ ਹੈ ਅੰਮ੍ਰਿਤਸਰ ਦੀ ਲੜਾਈ ਹੁੰਦੀ ਹੈ। ਇਸ ਲੜਾਈ ਮਗਰੋਂ ਕੀ ਕੀਤਾ ਗਿਆ, ਗੁਰੂ ਜੀ ਦੁਆਰਾ ਸ਼ਹਿਰ ਛੱਡ ਕੇ ਕੀਰਤਪੁਰ ਚਲੇ ਗਏ ਅਤੇ ਆਪਣੇ ਜਿਹੜੇ 9 ਸਾਲ ਜਿਹੜੇ ਹੈਗੇ ਆ ਉੱਥੇ ਬਿਤਾਏ। ਅਤੇ ਕੀਰਤਪੁਰ ਨਗਰ ਜਿਹੜਾ ਹੈਗਾ ਗੁਰੂ ਜੀ ਦੁਆਰਾ ਹੀ ਵਸਾਇਆ ਗਿਆ ਸੀਗਾ। ਅਤੇ ਉਸ ਤੋਂ ਬਾਅਦ ਸੀਗਾ ਉਹਨਾਂ ਦੀ ਜੋਤੀ ਜਮਾਉਣ ਤੋਂ ਬਾਅਦ ਆਪਣੇ ਪੋਤੇ ਨੂੰ ਉਹਨਾਂ ਨੇ ਗੁਰਗੱਦੀ ਦਾ ਉੱਤਰਾਧਿਕਾਰੀ ਬਣਿਆ, ਜਿਨ੍ਹਾਂ ਦਾ ਨਾਮ ਕੀ ਸੀਗਾ ਜੀ, ਜਿਹੜੇ ਅਗਲੇ ਗੁਰੂ ਬਣਨਗੇ ਗੁਰੂ ਹਰ ਰਾਏ ਜੀ। ਠੀਕ ਹੈ, ਉਹਨਾਂ ਦਾ ਪੋਤਾ ਸੀਗਾ ਗੁਰਦਿੱਤਾ ਜੀ ਦਾ ਉਹਨਾਂ ਬੇਟਾ। ਠੀਕ ਹੈ, ਉਹਨਾਂ ਨੂੰ ਆਪਣੀ ਗੁਰਗੱਦੀ ਦਾ ਉੱਤਰਾਧਿਕਾਰੀ ਬਣਿਆ। ਅਤੇ 1664 ਈਸਵੀ ਦੇ ਵਿੱਚ ਕੀਰਤਪੁਰ ਕੀ ਕਰ ਗਏ ਗੁਰੂ ਜੀ, ਜੋਤੀ ਜੋਤ ਸਮਾ ਗਏ ਸੀਗੇ। ਉਸ ਤੋਂ ਬਾਅਦ ਨੈਕਸਟ ਗੁਰੂ ਜਿਹੜੇ ਹੈਗੇ ਆ ਜੀ ਗੁਰੂ ਹਰ ਰਾਏ ਜੀ, 7ਵੇਂ ਗੁਰੂ ਜਿਹੜੇ ਰਹੇ ਸੀਗੇ ਆਪਣੇ ਗੁਰੂ ਹਰ ਰਾਏ ਜੀ ਬਣੇ ਸੀਗੇ। ਅਤੇ ਇਹਨਾਂ ਦਾ ਜਿਹੜਾ ਜਨਮ ਸੀਗਾ, ਜਨਮ ਜਿਹੜਾ ਹੈਗਾ ਸੀ 16 ਜਨਵਰੀ 1630 ਨੂੰ ਕੀਰਤਪੁਰ ਵਿਖੇ ਹੀ ਹੋਇਆ ਜੀ। ਅਤੇ ਇਹਨਾਂ ਦੇ ਪਿਤਾ ਜੀ ਭਾਈ ਗੁਰਦਿੱਤਾ ਜੀ, ਇਹਨਾਂ ਦੇ ਮਾਤਾ ਉਨੱਤੀ, ਜਿਹਨੂੰ 29 ਦੇ ਨਾਮ ਨਾਲ ਵੀ ਜਾਣਿਆ ਉਰਫ 29 ਵੀ ਕਿਹਾ ਜਾਂਦਾ ਸੀਗਾ। ਇਹਨਾਂ ਦਾ ਜਿਹੜਾ ਵਿਆਹ ਸੀਗਾ ਸੁਲੱਖਣੀ ਨਾਲ ਹੋਇਆ ਅਤੇ 2 ਪੁੱਤਰਾਂ ਨੂੰ ਜਨਮ ਦਿੱਤਾ। ਪਹਿਲਾ ਕਿਹੜਾ ਸੀਗਾ, ਰਾਮ ਰਾਏ ਸੀਗਾ, ਦੂਜਾ ਕਿਹੜਾ ਸੀਗਾ ਜੀ, ਹਰਕ੍ਰਿਸ਼ਨ ਸੀ। ਰਾਮ ਰਾਏ ਦੇ ਜਿਹੜੇ ਹੈਗੇ ਜੀਵਨ ਕਾਲ ਦੌਰਾਨ ਹੀ ਛੋਟੀ ਉਮਰ ਦੇ ਵਿੱਚ ਮੌਤ ਹੋ ਗਈ ਸੀ। ਠੀਕ ਹੈ ਜੀ, ਇਹਨਾਂ ਦੇ 2 ਪੁੱਤਰ ਸਨ, ਧੀਰਜ ਮੱਲ ਅਤੇ ਹਰ ਰਾਏ। ਠੀਕ ਹੈ ਜੀ, ਇਹਨਾਂ ਬਾਰੇ ਅੱਗੇ ਆਪਾਂ ਡਿਸਕਸ ਕਰਾਂਗੇ। ਅਤੇ ਰਾਮ ਜਿਹੜਾ ਹੈਗਾ ਉਸ ਤੋਂ ਬਾਅਦ ਕਿਹੜੇ ਰਹਿ ਗਏ ਸੀਗੇ ਇਹਨਾਂ ਦੇ ਪੁੱਤਰ, ਇੱਕ ਹਰਕ੍ਰਿਸ਼ਨ ਜੀ। ਤਾਂ ਉਦੋਂ ਬਾਅਦ ਕੀ ਸੀਗਾ, ਗੁਰੂ ਜੀ ਦੁਆਰਾ ਮਾਲਵੇ ਖੇਤਰ ਦੇ ਵਿੱਚ ਇੱਕ ਕੀ ਸੀਗਾ ਕਿ ਮਾਲਵੇ ਖੇਤਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਪ੍ਰਚਾਰ ਕਰ ਰਹੇ ਸੀ ਗੁਰੂ ਜੀ, ਗੁਰੂ ਹਰ ਰਾਏ ਜੀ। ਤਾਂ ਉਹਨਾਂ ਨੇ ਉੱਥੇ ਇੱਕ ਲੜਕਾ ਦੇਖਿਆ ਜਿਹਦਾ ਨਾਮ ਸੀਗਾ ਫੂਲਾ। ਫੂਲ ਨਾਮ ਦੇ ਬੱਚੇ ਨੂੰ ਆਸ਼ੀਰਵਾਦ ਦਿੱਤਾ ਅਤੇ ਇਸ ਮਗਰੋਂ ਉਹ ਪਟਿਆਲਾ ਅਤੇ ਨਾਭਾ ਅਤੇ ਜੀਂਦ ਦਾ ਮੋਢੀ ਬਣਿਆ। ਇਹ ਤਾਂ ਬਹੁਤ ਜ਼ਰੂਰੀ ਹੈ ਜੀ। ਠੀਕ ਹੈ, ਕਿਹੜਾ ਬੱਚਾ ਸੀਗਾ, ਫੂਲਾ ਨਾਮ ਦਾ ਇੱਕ ਬੱਚਾ ਸੀਗਾ ਜਿਹਨੂੰ ਆਸ਼ੀਰਵਾਦ ਦਿੱਤਾ ਸੀਗਾ ਅਤੇ ਅਗਲੇ ਜਿਹੜੇ ਹੈਗੇ ਆ ਪਟਿਆਲਾ, ਨਾਭਾ ਅਤੇ ਜੀਂਦ ਸ਼ਹਿਰ ਦੇ ਜਿਹੜੇ ਹੈਗਾ ਉਹ ਮੋਢੀ ਬਣਿਆ ਸੀਗਾ। ਤਾਂ ਇਸ ਸਮੇਂ ਜਿਹੜੇ ਮੁਗਲ ਬਾਦਸ਼ਾਹ ਜਿਹੜੇ ਹੈਗੇ ਸ਼ਾਹਜਹਾਨ ਅਤੇ ਔਰੰਗਜ਼ੇਬ ਸਨ। ਗੁਰੂ ਜੀ ਨੇ ਆਪਣਾ ਉੱਤਰਾਧਿਕਾਰੀ ਹਰਕ੍ਰਿਸ਼ਨ ਜੀ ਨੂੰ ਜਿਹੜਾ ਹੈਗਾ ਆਪਣੀ ਗੱਦੀ ਦਾ ਉੱਤਰਾਧਿਕਾਰੀ ਜਿਹੜਾ ਹੈਗਾ ਜੀ ਹਰਕ੍ਰਿਸ਼ਨ ਜੀ ਨੂੰ ਬਣਾਇਆ ਅਤੇ ਗੁਰੂ ਜੀ ਦੀ 1661 ਈਸਵੀ ਦੇ ਵਿੱਚ ਕੀਰਤਪੁਰ ਵਿਖੇ ਜੋਤੀ ਜੋਤ ਸਮਾ ਗਏ। ਅੱਗੇ ਨੈਕਸਟ ਗੁਰੂ ਜਿਹੜੇ ਆਉਂਦੇ ਆ ਜੀ ਗੁਰੂ ਹਰਕ੍ਰਿਸ਼ਨ ਜੀ। 8ਵੇਂ ਗੁਰੂ ਜਿਹੜੇ ਹੈਗੇ ਆ ਜੀ ਹਰਕ੍ਰਿਸ਼ਨ ਜੀ ਆ। ਇਹਨਾਂ ਦਾ ਜਨਮ 1600 ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਰਿਹਾ 1656 ਤੋਂ ਲੈ ਕੇ 1664 ਤੱਕ ਦਾ ਰਿਹਾ ਜੀ। ਇਹਨਾਂ ਦਾ ਜਿਹੜਾ ਜਨਮ ਹੈ ਜੀ 1656 ਈਸਵੀ ਦੇ ਵਿੱਚ ਕੀਰਤਪੁਰ ਸਾਹਿਬ ਦੇ ਵਿੱਚ ਹੀ ਹੋਇਆ। ਇਹ ਸਭ ਤੋਂ ਛੋਟੀ ਉਮਰ ਦੇ ਜਿਹੜੇ ਸਿੱਖ ਬਣੇ ਸੀਗੇ ਜੋ ਕਿ 5 ਸਾਲਾਂ ਦੀ ਉਮਰ ਦੇ ਸਨ, ਜਿਨ੍ਹਾਂ ਨੂੰ ਜਦੋਂ ਇਹਨਾਂ ਨੂੰ ਗੁਰਗੱਦੀ ਦੇ ਉੱਪਰ ਬਿਠਾ ਦਿੱਤਾ ਗਿਆ ਸੀ। ਤੇ ਜ਼ਰੂਰ ਯਾਦ ਰੱਖਿਓ ਇਹਨਾਂ ਦੀ ਉਮਰ 5 ਸਾਲਾਂ ਦੀ ਸੀ ਜਦੋਂ ਇਹਨਾਂ ਨੂੰ ਗੁਰਗੱਦੀ ਦੇ ਉੱਪਰ ਬਿਠਾ ਦਿੱਤਾ ਗਿਆ ਸੀ। ਮੋਸਟ ਇੰਪੋਰਟੈਂਟ ਹੈ ਜੀ। ਗੁਰਗੱਦੀ ਪੀਰੀਅਡ ਜਿਹੜਾ ਹੈਗਾ 1661 ਤੋਂ ਲੈ ਕੇ
1664 ਤੱਕ ਰਿਹਾ ਸੀ। 1661 ਦੇ ਈਸਵੀ ਦੇ ਵਿੱਚ ਇਹਨਾਂ ਨੂੰ ਗੁਰਗੱਦੀ ਦੇ ਉੱਪਰ ਬਿਠਾ ਦਿੱਤਾ ਗਿਆ ਸੀਗਾ। ਤਾਂ ਉਸ ਤੋਂ ਬਾਅਦ ਸੀਗਾ ਜੀ ਕਿ ਆਪ ਜੀ ਨੂੰ ਬਾਲਾ ਪੀਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਬਾਲਾ ਪੀਰ ਦਾ ਕਹਿਣ ਦਾ ਮਤਲਬ ਕੀ ਹੈ ਕਿ ਗੁਰੂ ਜੀ ਦੁਆਰਾ ਛੋਟੀ ਉਮਰ ਦੇ ਵਿੱਚ ਗੁਰਗੱਦੀ ਉੱਪਰ ਸੰਭਾਲ ਦਿੱਤੀ ਗਈ ਸੀ ਤੇ ਸਿੱਖੀ ਦਾ ਇਹਨਾਂ ਨੂੰ ਬਹੁਤ ਜ਼ਿਆਦਾ ਡੂੰਘਾ ਗਿਆਨ ਨਹੀਂ ਸੀਗਾ ਤੇ ਜਿਸ ਕਰਕੇ ਇਹਨਾਂ ਨੂੰ ਬਾਲਾ ਪੀਰ ਕਿਹਾ ਜਾਂਦਾ ਸੀ। ਇਹ ਆਪਣੀ ਬੋਲੀ ਦੇ ਨਾਮ, ਜਿਹੜੀ ਇਹਨਾਂ ਦੀ ਭਾਸ਼ਾ ਸੀ ਜਾਂ ਜਿਹੜੀ ਬੋਲੀ ਸੀਗੀ, ਇਹ ਸਭ ਦਾ ਦਿਲ ਜਿੱਤ ਲੈਂਦੇ ਸੀਗੇ। ਇੰਨੀ ਮਿੱਠੀ ਇਹਨਾਂ ਦੀ ਪਿਆਰੀ ਆਵਾਜ਼ ਸੀ ਤੇ ਬੋਲੀ ਦੇ ਨਾਲ ਹੀ ਸਾਰਿਆਂ ਨੂੰ ਆਪਣਾ ਮਨ ਮੋਹ ਲੈਂਦੇ ਸੀਗੇ। ਆਪ ਜੀ ਨੇ ਉਸ ਸਮੇਂ ਫੈਲੀ ਹੋਈ ਮਹਾਮਾਰੀ ਦੌਰਾਨ ਲੋਕਾਂ ਦਾ ਇਲਾਜ ਕੀਤਾ ਤੇ ਖੁਦ ਨੂੰ ਵੀ ਮਾਤਾ ਹੋ ਗਈ ਤੇ 30 ਮਾਰਚ 1664 ਨੂੰ ਦਿੱਲੀ ਵਿੱਚ ਜੋਤੀ ਜੋਤ ਸਮਾ ਗਏ। ਇਹ ਕੀ ਸੀਗਾ ਕਿ ਇਹਨਾਂ ਦਾ ਇੱਕ ਭਰਾ ਸੀਗਾ ਜੀ, ਜਿਹਦਾ ਨਾਮ ਸੀਗਾ ਜੀ ਰਾਮ ਰਾਏ। ਠੀਕ ਹੈ ਜੀ, ਇਹਨਾਂ ਦਾ ਭਰਾ ਸੀਗਾ ਰਾਮ ਰਾਏ। ਤਾਂ ਰਾਮ ਰਾਏ ਨੇ ਕੀ ਕੀਤਾ, ਆਪਣੀ ਗੱਦੀ ਦਾ ਉੱਤਰਾਧਿਕਾਰੀ ਬਣਨ ਦਾ ਮਤਲਬ ਕਿ ਉਹਨਾਂ ਨੂੰ ਦਾਅਵਾ ਕੀਤਾ, ਕਹਿੰਦਾ ਵੀ ਮੈਂ ਜਿਹੜਾ ਹੈਗਾ ਉੱਤਰਾਧਿਕਾਰੀ ਬਣਨਾ ਚਾਹੀਦਾ। ਤਾਂ ਉਹਨਾਂ ਦਾ ਜਿਹੜਾ ਵੱਡਾ ਭਰਾ ਜਿਹੜਾ ਰਾਮ ਰਾਏ ਸੀਗਾ, ਉਹਨਾਂ ਆਪਣਾ ਹੱਕ ਜਤਾਇਆ। ਤਾਂ ਉਹਨਾਂ ਦੁਆਰਾ ਕੀ ਕਰ ਦਿੱਤਾ ਗਿਆ, ਇਹ ਸਿੱਖਾਂ ਨੂੰ ਨਕਾਰ ਦਿੱਤਾ ਗਿਆ। ਸਿੱਖਾਂ ਦੁਆਰਾ ਜਿਹੜਾ ਹੈਗਾ ਵੀ ਅਸੀਂ ਜਿਹੜਾ ਸਾਡਾ ਗੁਰੂ ਹੈਗਾ ਹਰਕ੍ਰਿਸ਼ਨ ਜੀ ਹੈਗੇ ਨੇ, ਉਹਨਾਂ ਨੂੰ ਸਾਈਡ ਤੇ ਕਰ ਦਿੱਤਾ ਗਿਆ। ਤਾਂ ਰਾਮ ਰਾਏ ਕੀ ਬਣਿਆ, ਰਾਮ ਰਾਏ ਔਰੰਗਜ਼ੇਬ ਕੋਲ ਚਲਾ ਗਿਆ ਤੇ ਔਰੰਗਜ਼ੇਬ ਦੇ ਵਿੱਚ ਕੋਲ ਜਾ ਕੇ ਕੀ ਕਹਿੰਦਾ ਵੀ ਮੇਰੇ ਜਿਹੜਾ ਹੈਗਾ ਭਰਾ ਮੇਰੇ ਨਾਲ ਗਦਾਰੀ ਕਰ ਰਿਹਾ, ਠੀਕ ਹੈ, ਜਿਸ ਕਰਕੇ ਜੀ ਕੀ ਹੈ ਮੈਨੂੰ ਗੁਰਗੱਦੀ ਦੇ ਉੱਪਰ ਬੈਠਣ ਨਹੀਂ ਦਿੱਤਾ ਜਾਂਦਾ। ਤਾਂ ਔਰੰਗਜ਼ੇਬ ਨੇ ਕੀ ਕੀਤਾ, ਅੰਬਰ ਦੇ ਇੱਕ ਰਾਜਾ ਸੀਗਾ ਰਾਜਾ ਜੈ ਸਿੰਘ, ਤਾਂ ਉਹਨਾਂ ਦੇ ਹੱਥ ਇੱਕ ਸੰਮਣ ਭੇਜ ਦਿੱਤਾ ਕਿ ਗੁਰੂ ਜੀ ਨੂੰ ਦਿੱਲੀ ਦਰਬਾਰ ਦੇ ਵਿੱਚ ਬੁਲਾਇਆ ਜਾਵੇ। ਤਾਂ ਜਦੋਂ ਉਹ ਦਿੱਲੀ ਦਰਬਾਰ ਦੇ ਵਿੱਚ ਆਪਣੀ ਮਾਤਾ ਤੇ ਦਾਦੀ ਨਾਲ ਪਹੁੰਚੇ ਤਾਂ ਉੱਥੇ ਇੱਕ ਮਿਰਜ਼ਾ ਜੈ ਸਿੰਘ ਨਾਂ ਦਾ ਇੱਕ ਰਾਏ ਸੈਨਾ ਬੰਗਲਾ ਸਾਹਿਬ, ਜਿੱਥੇ ਅੱਜ ਗੁਰਦੁਆਰਾ ਬਣਿਆ ਹੋਇਆ ਹੈ, ਉੱਥੇ ਉਹਨਾਂ ਦੇ ਘਰ ਠਹਿਰੇ ਤੇ ਉੱਥੇ ਭਾਈ ਲੋਕਾਂ ਦੀਆਂ ਕਤਾਰਾਂ ਲੱਗ ਗਈਆਂ ਉਹਨਾਂ ਦੇ ਦਰਸ਼ਨ ਕਰਨ ਦੇ ਲਈ। ਤਾਂ ਉਸ ਸਮੇਂ ਕੀ ਸੀਗਾ, ਇੱਕ ਮਹਾਮਾਰੀ ਫੈਲੀ ਹੋਈ ਸੀਗੀ। ਠੀਕ ਹੈ, ਤਾਂ ਜਦੋਂ ਗੁਰੂ ਹਰਕ੍ਰਿਸ਼ਨ ਜੀ ਕਿਸੇ ਨੂੰ ਛੂੰਹਦੇ ਤਾਂ ਉਹਨਾਂ ਦੀ ਜਿਹੜੀ ਬਿਮਾਰੀ ਸੀਗੀ ਠੀਕ ਹੋ ਜਾਂਦੀ ਸੀਗੀ। ਠੀਕ ਹੈ, ਉਸੇ ਦੌਰਾਨ ਹੀ ਜਿਹੜੇ ਇਹਨਾਂ ਨੂੰ ਕੀ ਹੋ ਗਿਆ, ਮਾਤਾ ਹੋ ਗਈ ਤੇ 30 ਮਾਰਚ 1664 ਨੂੰ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ ਸੀਗੇ। ਤਾਂ ਜ਼ਰੂਰ ਯਾਦ ਰੱਖਿਓ, ਮੋਸਟ ਕੁਐਸਚਨ ਬਣਦਾ ਹੁੰਦਾ ਇੱਥੋਂ ਕਿ ਇਹਨਾਂ ਨੂੰ ਜਿਹੜਾ ਹੈਗਾ ਦਿੱਲੀ ਦੇ ਵਿੱਚ ਕੀ ਹੋ ਗਿਆ, ਇਹ ਜੋਤੀ ਜੋਤ ਸਮਾ ਗਏ ਸੀ ਤੇ ਇਹਨਾਂ ਦੀ ਯਾਦ ਦੇ ਵਿੱਚ ਉੱਥੇ ਬੰਗਲਾ ਸਾਹਿਬ ਗੁਰਦੁਆਰਾ ਵੀ ਬਣਿਆ ਹੋਇਆ ਹੈਗਾ ਜੀ। ਤਾਂ ਜ਼ਰੂਰ ਯਾਦ ਰੱਖਿਓ 1664 ਦੇ ਵਿੱਚ ਜੋਤੀ ਜੋਤ ਸਮਾਉਣ ਤੋਂ ਬਾਅਦ ਉੱਥੇ ਬੰਗਲਾ ਸਾਹਿਬ ਗੁਰਦੁਆਰੇ ਦਾ ਨਿਰਮਾਣ ਕੀਤਾ ਗਿਆ। ਤਾਂ ਉਸ ਤੋਂ ਬਾਅਦ ਆਉਂਦਾ ਜੀ 9ਵੇਂ ਗੁਰੂ, ਆਪਣੇ ਗੁਰੂ ਤੇਗ ਬਹਾਦਰ ਜੀ। 1621 ਤੋਂ ਲੈ ਕੇ 1675 ਤੱਕ ਇਹਨਾਂ ਦਾ ਸਮਾਂ ਰਿਹਾ ਸੀਗਾ ਤੇ ਇਹਨਾਂ ਦਾ ਜਿਹੜਾ ਜਨਮ ਸੀਗਾ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਹੋਇਆ। ਇਹਨਾਂ ਦਾ ਜਿਹੜਾ ਓਰੀਜਨਲ ਨੇਮ ਸੀਗਾ, ਇਹਨਾਂ ਦੇ ਪਿਤਾ ਬਾਰੇ ਦੇਖ ਲੈਂਦੇ ਆ। ਇਹਨਾਂ ਦੇ ਪਿਤਾ ਜਿਹੜੇ ਹਰਗੋਬਿੰਦ ਜੀ ਸੀਗੇ ਜੀ, ਮਾਤਾ ਨਾਨਕੀ ਸੀਗੀ, ਪਤਨੀ ਗੁਜਰੀ ਸੀਗੀ ਜੀ। ਬਚਪਨ ਦਾ ਨਾਮ ਜਿਹੜਾ ਹੈਗਾ ਤਿਆਗਮਲ ਅਤੇ ਬਾਬਾ ਬਕਾਲਾ ਵੀ ਕਿਹਾ ਜਾਂਦਾ ਸੀਗਾ। ਤਿਆਗਮਲ ਅਤੇ ਬਾਬਾ ਬਕਾਲਾ ਇਹਨਾਂ ਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਕਿਉਂ ਜਾਣਿਆ ਜਾਂਦਾ ਸੀ? ਕਿਉਂਕਿ ਇਹਨਾਂ ਨੇ ਜਿਹੜੇ ਹਿੰਦੂ ਧਰਮ ਦੇ ਲੋਕ ਸੀਗੇ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਹੈਗਾ ਮੁਗਲਾਂ ਦੁਆਰਾ ਧਰਮ ਅਪਣਾਇਆ ਜਾ ਰਿਹਾ ਸੀਗਾ ਉਹਨਾਂ ਦਾ। ਠੀਕ ਹੈ ਜੀ, ਤਾਂ ਇਹਨਾਂ ਨੇ ਕੀ ਕੀਤਾ, ਸਭ ਤੋਂ ਅੱਗੇ ਆ ਕੇ ਉਹਨਾਂ ਨੂੰ ਜਿਹੜਾ ਹੈਗਾ ਧਰਮ ਨਾ ਅਪਣਾਇਆ ਜਾਵੇ। ਉਸ ਸਮੇਂ ਜਿਹੜੇ ਮੁਗਲ ਬਾਦਸ਼ਾਹ ਸੀ ਔਰੰਗਜ਼ੇਬ ਜਿਹੜਾ ਹੈਗਾ ਹਿੰਦੂ ਧਰਮ ਨੂੰ ਜ਼ਬਰਦਸਤੀ ਜਿਹੜਾ ਹੈਗਾ ਮੁਸਲਮਾਨ ਧਰਮ ਦੇ ਵਿੱਚ ਕਨਵਰਟ ਕਰ ਰਿਹਾ ਸੀਗਾ। ਤਾਂ ਉਹਨਾਂ ਦੀ ਸਹਾਇਤਾ ਕੀਤੀ ਸੀ, ਉਹਨਾਂ ਦੇ ਅੱਗੇ ਆ ਕੇ ਜਿਹੜਾ ਹੈਗਾ ਸ਼ਹੀਦੀ ਪਾਈ ਸੀ। ਤਾਂ ਕਰਕੇ ਇਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਸੀਗਾ। ਤਾਂ ਜਦੋਂ ਆਪ ਜੀ ਨੂੰ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੇ ਗਏ ਤਾਂ ਕੁਝ ਪੁਜਾਰੀਆਂ ਦੁਆਰਾ ਆਪ ਨੂੰ ਹਰਿਮੰਦਰ ਸਾਹਿਬ ਵਿੱਚ ਅੰਦਰ ਨਹੀਂ ਜਾਣ ਦਿੱਤਾ। ਤਾਂ ਫਿਰ ਆਪ ਕੀ ਕੀਤਾ ਗਏ, ਕੀਰਤਪੁਰ ਚਲੇ ਗਏ। ਕਹਿੰਦੇ ਵੀ ਜਦੋਂ ਅੰਮ੍ਰਿਤਸਰ ਗਏ ਤਾਂ ਅੰਮ੍ਰਿਤਸਰ ਦੇ ਵਿੱਚ ਕੁਝ ਪੁਜਾਰੀ ਸੀਗੇ, ਉਹਨਾਂ ਦੁਆਰਾ ਹਰਿਮੰਦਰ ਸਾਹਿਬ ਦੇ ਵਿੱਚ ਦਾਖਲ ਨਹੀਂ ਦਿੱਤਾ ਗਿਆ, ਅੰਦਰ ਜਾਣ ਨਹੀਂ ਦਿੱਤਾ ਗਿਆ। ਤਾਂ ਫਿਰ ਇਹਨਾਂ ਦੁਆਰਾ ਕੀਰਤਪੁਰ ਚਲੇ ਗਏ ਸੀਗੇ। ਕੀਰਤਪੁਰ ਗਏ ਤਾਂ ਉਹਨਾਂ ਦੇ ਭਾਣਜਾ ਸੀਗਾ ਜੀ ਧੀਰਜ ਮੱਲ, ਉਹਨਾਂ ਨੇ ਵੀ ਉੱਥੋਂ ਉਹਨਾਂ ਨੂੰ ਕੱਢ ਦਿੱਤਾ ਤੇ ਕੁਝ ਸਮੇਂ ਬਾਅਦ ਕੀਰਤਪੁਰ ਦੇ ਥੋੜ੍ਹੀ ਦੇਰ ਚੱਕ ਨਾਨਕੀ ਇਹਨਾਂ ਨੇ ਵਸਾਇਆ, ਜੋ ਕਿ ਅੱਜ ਅਨੰਦਪੁਰ ਸਾਹਿਬ ਦੇ ਨਾਲ ਪ੍ਰਸਿੱਧ ਹੈ। ਬਹੁਤ ਹੀ ਮਹੱਤਵਪੂਰਨ ਹੈ ਕਿ ਕੀਰਤਪੁਰ ਤੋਂ ਬਾਅਦ ਕੀ ਹੈ, ਥੋੜ੍ਹੀ ਦੂਰ 5 ਕਿਲੋਮੀਟਰ ਦੀ ਦੂਰੀ ਤੇ ਚੱਕ ਨਾਨਕੀ ਵਸਾਇਆ ਸੀਗਾ, ਜਿੱਥੇ ਅੱਜ ਕੀ ਹੈ ਜੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ। ਤਾਂ ਜ਼ਰੂਰ ਯਾਦ ਰੱਖੇ ਇਸ ਚੀਜ਼ ਨੂੰ। ਉਸ ਸਮੇਂ ਮੁਗਲ ਬਾਦਸ਼ਾਹ ਜਿਹੜੇ ਹੈਗੇ ਸੀਗੇ ਔਰੰਗਜ਼ੇਬ ਸੀਗੇ, ਇਹਨਾਂ ਦੁਆਰਾ ਬਹੁਤ ਹੀ ਮੋਸਟ ਇੰਪੋਰਟੈਂਟ, ਇਹਨਾਂ ਦੁਆਰਾ 59 ਸ਼ਬਦ ਅਤੇ 51 ਸ਼ਲੋਕ ਜਿਹੜੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੇ ਦਰਜ ਨੇ ਜੀ। 11 ਨਵੰਬਰ 1675 ਨੂੰ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਇਹਨਾਂ ਨੂੰ ਕੀ ਕੀਤਾ ਜਾਂਦਾ ਜੀ, ਉੱਥੇ ਬੁਲਾਇਆ ਜਾਂਦਾ ਹੈ।
ਤੇ ਬੁਲਾ ਕੇ ਕੀ ਕੀਤਾ ਜਾਂਦਾ, ਇਹਨਾਂ ਦੁਆਰਾ ਬਹੁਤ ਹੀ ਮਾੜਾ ਬਿਹੇਵ ਕੀਤਾ ਜਾਂਦਾ ਹੈ ਕਿ ਇਹਨਾਂ ਦਾ ਜਿਹੜਾ ਔਰੰਗਜ਼ੇਬ ਜਿਹੜਾ ਹੈਗਾ ਸੀਗਾ, ਇਹਨਾਂ ਨੂੰ ਔਰੰਗਜ਼ੇਬ ਦੁਆਰਾ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਜਾਂਦਾ 1675 ਦੇ ਵਿੱਚ। 1675 ਦੇ ਈਸਵੀ ਦੇ ਵਿੱਚ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਜਲਾਲ ਉਦ ਦੀਨ ਨੇ ਕਹਾੜੇ ਨਾਲ ਚਾਂਦਨੀ ਚੌਂਕ ਦੇ ਵਿੱਚ ਇਹਨਾਂ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਗਿਆ ਸੀਗਾ। ਬਹੁਤ ਹੀ ਬੇਰਹਿਮੀ ਨਾਲ ਇਹਨਾਂ ਨੂੰ ਸ਼ਹੀਦ ਕੀਤਾ ਸੀਗਾ ਜੀ। ਤਾਂ ਉੱਥੇ ਜਿਹੜਾ ਗੁਰਦੁਆਰਾ ਬਣਿਆ ਹੋਇਆ ਤਾਂ ਉਹ ਹੈ ਜੀ ਸ਼ੀਸ਼ਗੰਜ ਸਾਹਿਬ। ਜ਼ਰੂਰ ਲਿਖਿਓ, ਸ਼ੀਸ਼ਗੰਜ ਸਾਹਿਬ, ਠੀਕ ਹੈ ਜੀ। ਸ਼ੀਸ਼ਗੰਜ ਸਾਹਿਬ ਚਾਂਦਨੀ ਚੌਂਕ ਦੇ ਕੋਲ ਹੀ ਗੁਰਦੁਆਰਾ ਵਿੱਚ ਹੀ ਜਿਹੜਾ ਗੁਰਦੁਆਰਾ ਬਣਿਆ ਹੋਇਆ। ਤਾਂ ਜਦੋਂ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਤਾਂ ਗੁਰੂ ਜੀ ਦਾ ਜਿਹੜਾ ਸਿਰ ਸੀਗਾ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਲੈ ਕੇ ਆਏ ਸੀਗੇ, ਉੱਥੇ ਉਹਨਾਂ ਦਾ ਸੰਸਕਾਰ ਕੀਤਾ ਸੀਗਾ, ਠੀਕ ਹੈ ਜੀ। ਤਾਂ ਭਾਈ ਇਹ ਜ਼ਰੂਰ ਯਾਦ ਰੱਖਿਓ ਕਿ ਉਹਨਾਂ ਦਾ ਜਿਹੜਾ ਸਿਰ ਸੀਗਾ, ਗੁਰੂ ਜੀ ਦਾ ਸਿਰ ਸੀਗਾ ਭਾਈ ਜੈਤਾ ਜੀ, ਜਿਹੜਾ ਭਾਈ ਜੈਤਾ ਜੀ, ਭਾਈ ਜੈਤਾ ਜੀ ਜਿਹੜਾ ਹੈਗਾ ਸਿਰ ਉਹਨਾਂ ਦਾ ਲੈ ਕੇ ਆਏ ਸੀਗੇ, ਅਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀਗਾ। ਤੇ ਜਿਹੜੀ ਰਹਿੰਦੀ ਧਰ ਸੀਗੀ, ਜਿਹੜੀ ਗੁਰੂ ਜੀ ਦੇ ਸਰੀਰ ਜਿਹੜਾ ਰਹਿ ਗਿਆ ਸੀ, ਬਾਕੀ ਬਚਦਾ ਸਰੀਰ ਜਿਹੜਾ ਸੀਗਾ, ਲੱਕੀ ਸ਼ਾਹ ਬਨਜਾਰਾ, ਜ਼ਰੂਰ ਯਾਦ ਰੱਖਿਓ, ਬੰਦਾ ਮੋਸਟ ਇੰਪੋਰਟੈਂਟ ਹੈ, ਲੱਕੀ ਸ਼ਾਹ ਵਣਜਾਰਾ, ਠੀਕ ਹੈ। ਲੱਕੀ ਸ਼ਾਹ ਵਣਜਾਰੇ ਨੇ ਉੱਥੋਂ ਲੈ ਕੇ ਜੀ, ਠੀਕ ਹੈ, ਉਹਨੂੰ ਦਿੱਲੀ ਤੋਂ ਬਾਹਰ ਲਿਆਉਣ ਲੱਗਿਆ ਤਾਂ ਕਿਉਂਕਿ ਕੋਈ ਇੱਦਾਂ ਦੀ ਸੁਵਿਧਾ ਨਹੀਂ ਸੀਗੀ, ਚਾਰੇ ਪਾਸੇ ਮੁਗਲ ਜਿਹੜਾ ਹੈਗਾ ਸਮਰਾਜ ਫੈਲਿਆ ਹੋਇਆ ਸੀਗਾ। ਤਾਂ ਲੱਕੀ ਸ਼ਾਹ ਵਣਜਾਰੇ ਨੇ ਕੀ ਕੀਤਾ, ਉਹਨਾਂ ਦਾ ਜਿਹੜਾ ਸੀਸ ਸੀਗਾ ਆਪਣੇ ਘਰ ਦੇ ਵਿੱਚ ਰੱਖ ਕੇ ਆਪਣੇ ਘਰ ਨੂੰ ਜਿਹੜੀ ਹੈਗੀ ਆ ਅੱਗ ਲਾ ਦਿੱਤੀ ਗਈ ਸੀ, ਤੇ ਉਹਨਾਂ ਦਾ ਜਿਹੜਾ ਸੀਸ ਸੀਗਾ, ਉਹਨਾਂ ਦਾ ਸੰਸਕਾਰ ਸੀਗਾ ਆਪਣੇ ਘਰ ਦੇ ਵਿੱਚ ਹੀ ਕਰ ਦਿੱਤਾ ਗਿਆ ਸੀਗਾ। ਤੇ ਜਿੱਥੇ ਅੱਜ ਕੱਲ੍ਹ ਜਿਹੜਾ ਗੁਰਦੁਆਰਾ ਬਣਿਆ ਹੋਇਆ, ਗੁਰਦੁਆਰਾ ਰਕਾਬਗੰਜ, ਗੁਰਦੁਆਰਾ ਰਕਾਬਗੰਜ, ਗੁਰਦੁਆਰਾ ਰਕਾਬਗੰਜ ਬਣਿਆ ਹੋਇਆ ਜੀ ਦਿੱਲੀ ਦੇ ਵਿੱਚ, ਠੀਕ ਹੈ ਜੀ। ਇਹ ਚੀਜ਼ਾਂ ਨੂੰ ਜ਼ਰੂਰ ਯਾਦ ਰੱਖਿਓ, ਮੋਸਟ ਇੰਪੋਰਟੈਂਟ ਨੇ। ਆ ਜਿਹੜਾ ਭਾਈ ਜਿਹੜਾ ਹੈਗਾ ਭਾਈ ਜੈਤਾ ਜੀ, ਬਹੁਤ ਵਾਰ ਪੁੱਛਿਆ ਜਾਂਦਾ ਕਿ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਸਿਰ ਜਿਹੜਾ ਹੈਗਾ ਦਿੱਲੀ ਤੋਂ ਅਨੰਦਪੁਰ ਸਾਹਿਬ ਕੌਣ ਲੈ ਕੇ ਆਇਆ ਸੀਗਾ, ਤਾਂ ਭਾਈ ਜੈਤਾ ਜੀ ਲੈ ਕੇ ਆਏ ਸੀਗਾ। ਉਹਨਾਂ ਦਾ ਜਿਹੜਾ ਧੜ ਸੀਗੀ, ਜਿਹੜੀ ਰਹਿੰਦੀ ਧੜ ਸੀਗੀ, ਉਹ ਕਿਹਦੇ ਦੁਆਰਾ ਸੰਸਕਾਰ ਕੀਤਾ ਗਿਆ, ਤਾਂ ਉਹ ਜਿਹੜਾ ਕੀਤਾ ਗਿਆ ਸੀਗਾ ਲੱਕੀ ਸ਼ਾਹ ਵਣਜਾਰਾ ਦੁਆਰਾ ਆਪਣੇ ਘਰ ਦੇ ਵਿੱਚ ਉਹਨਾਂ ਦੀ ਦੇਹ ਨੂੰ ਰੱਖ ਕੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਗਈ ਸੀ। ਤੇ ਉੱਥੇ ਜਿਹੜਾ ਅੱਜ ਕੱਲ੍ਹ ਜਿਹੜਾ ਗੁਰਦੁਆਰਾ ਬਣਿਆ ਹੋਇਆ ਰਕਾਬਗੰਜ ਦੇ ਨਾਮ ਤੇ ਬਣਿਆ ਹੋਇਆ। ਅੱਗੇ ਲਾਸਟ ਜਿਹੜੇ ਗੁਰੂ ਹੈਗੇ ਆ, 10ਵੇਂ ਗੁਰੂ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ, 1666 ਤੋਂ ਲੈ ਕੇ 1708 ਤੱਕ ਇਹਨਾਂ ਦਾ ਸਮਾਂ ਰਿਹਾ ਸੀਗਾ ਜੀ। ਆਪ 9 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੂੰ ਗੁਰੂ ਬਣਾ ਦਿੱਤਾ ਗਿਆ, ਤੇ ਉਹਨਾਂ ਦਾ ਜਨਮ 1666 ਈਸਵੀ ਨੂੰ ਪਟਨਾ ਸਾਹਿਬ ਦੇ ਵਿੱਚ ਹੋਇਆ। ਤੇ ਬਹੁਤ ਜ਼ਿਆਦਾ ਜਿਹੜਾ ਹੈਗਾ ਪੁੱਛਿਆ ਜਾਂਦਾ ਹੁੰਦਾ ਜੀ ਕੁਐਸਚਨ। ਇੱਕ ਤੁਹਾਨੂੰ ਹੋਰ ਗੱਲ ਦੱਸਣਾ ਕਿ ਪਟਨਾ ਸਾਹਿਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਦੇ ਉੱਥੇ ਕੀ ਕੀਤਾ ਜੀ, ਗੁਰਦੁਆਰਾ ਸਾਹਿਬ ਵੀ ਬਣਾਇਆ ਹੋਇਆ, ਜਿੱਥੇ ਇਹਨਾਂ ਦਾ ਜਨਮ ਹੋਇਆ ਸੀ। ਉੱਥੇ ਜੇ ਗੁਰਦੁਆਰਾ ਪਟਨਾ ਸਾਹਿਬ ਗੁਰਦੁਆਰਾ ਜਿਹੜਾ ਹੈਗਾ ਕਿਹਦੇ ਦੁਆਰਾ ਬਣਾਇਆ ਗਿਆ, ਤਾਂ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਇਆ ਗਿਆ ਸੀਗਾ। ਤਾਂ ਇਹਨਾਂ ਦੇ ਜਿਹੜੇ ਅੱਗੇ ਦੇਖਦੇ ਹਾਂ ਜੀ, ਇਹਨਾਂ ਦੇ ਪਿਤਾ ਦਾ ਨਾਮ ਸੀਗਾ ਗੁਰੂ ਤੇਗ ਬਹਾਦਰ ਜੀ, ਮਾਤਾ ਦਾ ਗੁਜਰੀ ਜੀ, ਪਤਨੀ ਜੀਤੋ ਕੌਰ, ਸਾਹਿਬ ਕੌਰ, ਸੁੰਦਰੀ ਜੀ ਅਤੇ ਦੇਵਨ ਜੀ, ਇਹਨਾਂ ਦੀਆਂ ਇਹ ਪਤਨੀਆਂ ਸੀਗੀਆਂ। ਪੁੱਤਰ ਜਿਹੜੇ ਹੈਗੇ ਸੀਗੇ ਜੀ, ਅਜੀਤ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਇਹਨਾਂ ਦੇ ਪੁੱਤਰ ਸੀਗੇ। ਇਹਨਾਂ ਦਾ ਜਿਹੜਾ ਗੁਰਗੱਦੀ ਪੀਰੀਅਡ ਸੀਗਾ 1675 ਤੋਂ ਲੈ ਕੇ 1708 ਤੱਕ ਜਿਹੜਾ ਹੈਗਾ ਇਹਨਾਂ ਦਾ ਗੁਰਗੱਦੀ ਪੀਰੀਅਡ ਰਿਹਾ ਜੀ। ਇਹਨਾਂ ਦੁਆਰਾ ਜਿਹੜਾ ਹੈਗਾ ਪਾਉਂਟਾ ਸਾਹਿਬ, ਮੁਕਤਸਰ ਸਾਹਿਬ ਅਤੇ ਦਮਦਮਾ ਸਾਹਿਬ ਵਸਾਇਆ ਗਿਆ। ਇਹਨਾਂ ਦੁਆਰਾ ਗੁਰੂ ਜੀ ਦੁਆਰਾ ਜਿਹੜਾ ਹੈਗਾ ਪਾਉਂਟਾ ਸਾਹਿਬ, ਮੁਕਤਸਰ ਸਾਹਿਬ ਅਤੇ ਦਮਦਮਾ ਸਾਹਿਬ ਨੂੰ ਨਗਰ ਨੂੰ ਵਸਾਇਆ ਸੀਗਾ। ਇਹਨਾਂ ਦੀਆਂ ਰਚਨਾਵਾਂ ਆਪਣੇ ਵਾਸਤੇ ਬਹੁਤ ਹੀ ਜ਼ਰੂਰ ਲਾਹੇਵੰਦ ਨੇ। ਲਾਹੇਵੰਦ ਮਤਲਬ ਕਿ ਬਹੁਤ ਸਾਰੀਆਂ ਪੇਪਰਾਂ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ, ਤਾਂ ਉਹਨਾਂ ਨੂੰ ਜ਼ਰੂਰ ਯਾਦ ਰੱਖਣਾ ਪੈਣਾ ਜੀ। ਪਹਿਲਾ ਹੈਗਾ ਜੀ 10 ਗ੍ਰੰਥ, ਫਿਰ ਹੈ ਜੀ ਬਾਰਸਰੀ ਭਗੌਤੀ ਜੀ ਕੀ, ਵਿਜਿੱਤਰ ਨਾਟਕ, ਕਾਲ ਉਸਤਤ, ਚੰਡੀ ਦੀ ਵਾਰ, ਜਪ ਸਾਹਿਬ, ਚੰਡ ਚਰਿੱਤਰ, ਗਿਆਨ ਪ੍ਰਮੋਦ, 24 ਅਵਤਾਰ, ਤੇ ਲਾਸਟ ਜਿਹੜੀ ਹੈਗੀ ਸੀ ਇਹਨਾਂ ਦੀ ਜਾਫਰਨਾਮਾ ਸੀਗੀ ਜੀ। ਇਹ ਲੈਟਰ ਆਫ ਔਰੰਗਜ਼ੇਬ ਵੀ ਕਿਹਾ ਜਾਂਦਾ ਜੀ, ਜਾਫਰਨਾਮੇ ਨੂੰ ਇਹ ਲੈਟਰ ਆਫ ਔਰੰਗਜ਼ੇਬ ਵੀ ਕਿਹਾ ਜਾਂਦਾ ਹੈ। ਤੇ ਇਹਨਾਂ ਦਾ ਇੱਕ ਜਿਹੜਾ ਹੈਗਾ ਆਟੋਬਾਇਓਗ੍ਰਾਫੀ ਸੀ, ਜਿਹੜਾ ਕੀ ਸੀਗਾ ਜੀ, ਵਿਚਿੱਤਰ ਨਾਟਕ, ਆਟੋਬਾਇਓਗ੍ਰਾਫੀ
ਬਾਇਓਗ੍ਰਾਫੀ। ਆਟੋਬਾਇਓਗ੍ਰਾਫੀ ਜਿਹੜੀ ਇਹਨਾਂ ਦੀ ਸੀਗੀ ਜੀ ਉਹ ਕੀ ਸੀਗਾ ਜੀ, ਬਚਿੱਤਰ ਨਾਟਕ। ਤਾਂ ਜ਼ਰੂਰ ਯਾਦ ਰੱਖਿਓ ਜੀ, ਇਹਨਾਂ ਦੀਆਂ ਰਚਨਾਵਾਂ ਸੀਗੀਆਂ ਆਪਣੇ ਵਾਸਤੇ ਬਹੁਤ ਹੀ ਇੰਪੋਰਟੈਂਟ ਨੇ। ਗੁਰੂ ਜੀ ਦੁਆਰਾ ਮਸੰਦ ਪ੍ਰਥਾ ਨੂੰ ਖਤਮ ਕੀਤਾ ਗਿਆ। ਜ਼ਰੂਰ ਯਾਦ ਰੱਖਿਓ ਜੀ, ਮਸੰਦ ਪ੍ਰਥਾ ਨੂੰ ਕਿਹੜੇ ਗੁਰੂ ਨੇ ਸਟਾਰਟ ਕੀਤਾ ਸੀ, ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਠੀਕ ਹੈ, ਕਿਹੜੇ ਗੁਰੂ ਨੇ ਸਟਾਰਟ ਕੀਤਾ, ਕਿਹੜੇ ਗੁਰੂ ਨੇ ਖਤਮ ਕੀਤਾ ਸੀਗਾ? ਗੁਰੂ ਗੋਬਿੰਦ ਸਿੰਘ ਜੀ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ਸੀਗਾ? ਮਸੰਦ ਪ੍ਰਥਾ ਨੂੰ ਖਤਮ ਕੀਤਾ ਸੀਗਾ। ਗੁਰੂ ਅੱਗੇ ਕੀ ਹੈ ਜੀ, ਆਪ ਜੀ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਤੇ ਬਹਾਦਰ ਖਾਨ ਸਨ। ਇਹਨਾਂ ਦੇ ਸਮੇਂ ਜਿਹੜੇ ਮੁਗਲ ਜਿਹੜੇ ਬਾਦਸ਼ਾਹ ਸੀਗੇ ਔਰੰਗਜ਼ੇਬ ਅਤੇ ਬਹਾਦਰ ਖਾਨ ਸੀਗੇ ਜੀ, ਗੁਰੂ ਜੀ ਦੁਆਰਾ 30 ਮਾਰਚ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੇ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਤੇ ਆਪ ਨੇ 5 ਪਿਆਰਾਂ ਦੀ ਚੋਣ ਕੀਤੀ ਜੀ। ਤਾਂ ਉਸ ਸਮੇਂ ਕੀ ਸੀਗਾ ਕਿ 1699 ਈਸਵੀ ਦੇ ਵਿੱਚ ਇਹਨਾਂ ਦੁਆਰਾ ਕੀ ਕੀਤਾ ਗਿਆ ਜੀ, ਖਾਲਸਾ ਪੰਥ ਦੀ ਸਾਜਨਾ ਕੀਤੀ ਗਈ। ਤਾਂ ਇਸ ਦੇ ਵਿੱਚ ਕੀ ਸੀਗਾ, 5 ਪਿਆਰੇ ਜਿਹੜੇ ਹੈਗੇ ਆ। ਅੱਛਾ, ਜੇ ਤੁਹਾਨੂੰ ਪੁੱਛਿਆ ਜਾਵੇ ਵੀ ਕਿੱਥੇ ਕੀਤੀ ਗਈ ਸੀਗੀ, ਤਾਂ ਕੇਸਗੜ੍ਹ ਗੁਰਦੁਆਰਾ ਸਾਹਿਬ ਦੇ ਵਿੱਚ, ਅਨੰਦਪੁਰ ਸਾਹਿਬ ਦੇ ਵਿੱਚ ਕੇਸਗੜ੍ਹ ਗੁਰਦੁਆਰਾ ਜੀ, ਉੱਥੇ ਉਹਨਾਂ ਦੀ ਜਿਹੜੀ ਹੈਗੀ ਆ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀਗੀ। 5 ਪਿਆਰੇ ਜਿਹੜੇ ਹੈਗੇ ਆ ਇਹਨਾਂ ਦੁਆਰਾ ਬਣਾਏ ਗਏ ਸੀਗੇ ਜੀ। ਹੁਣ 5 ਪਿਆਰੇ 5 ਕੱਕੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇਹਨਾਂ ਨੂੰ। ਠੀਕ ਹੈ, ਕਿਹੜੇ ਕਿਹੜੇ ਸੀਗੇ 5 ਕੱਕੇ, ਤਾਂ ਉਹ ਜ਼ਰੂਰ ਲਿਖ ਲਿਓ ਜੀ ਤੁਸੀਂ। ਕੇਸ, ਕੰਘਾ, ਕਿਰਪਾਨ, ਕਛਹਿਰਾ ਅਤੇ ਕੜਾ। ਕੇਸ ਮੈਂ ਬੋਲ ਰਿਹਾ, ਨੋਟ ਜ਼ਰੂਰ ਕਰ ਲਿਓ। ਕੇਸ, ਕੰਘਾ, ਕਿਰਪਾਨ, ਕਛਹਿਰਾ ਅਤੇ ਕੜਾ, ਇਹਨਾਂ ਦੇ ਸੀਗੇ 5 ਕੱਕੇ। ਤੇ 5 ਪਿਆਰੇ ਕਿਹੜੇ ਕਿਹੜੇ ਸੀਗੇ ਜੀ? 5 ਪਿਆਰੇ ਕੀ ਸੀਗੇ? ਪਹਿਲਾ ਲਿਖੋ ਜੀ ਦਿਆਰਾਮ, ਦੂਜਾ ਜੀ ਧਰਮਦਾਸ, ਤੀਜਾ ਮੋਹਕਮ ਚੰਦ, ਚੌਥਾ ਜਿਹੜਾ ਹਿੰਮਤਦਾਸ, ਪੰਜਵਾਂ ਜਿਹੜਾ ਹੈਗਾ ਸੀਗਾ ਜੀ ਸਾਹਿਬਦਾਸ। ਇਹ ਇਹਨਾਂ ਦੇ 5 ਪਿਆਰੇ ਜਿਹੜੇ ਹੈਗੇ ਆ ਉਸ ਸਮੇਂ ਉਹਨਾਂ ਨੂੰ ਅੰਮ੍ਰਿਤਸਰ ਜਿਹੜਾ ਹੈਗਾ ਅੰਮ੍ਰਿਤ ਛਕਾਇਆ ਗਿਆ ਸੀਗਾ ਜੀ। ਤੇ ਬਹੁਤ ਜ਼ਰੂਰੀ ਨੇ ਆਪਣੇ ਵਾਸਤੇ, ਤਾਂ ਜ਼ਰੂਰ ਯਾਦ ਰੱਖਿਓ। ਤਾਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦੀਆਂ ਲੜਾਈਆਂ ਬਾਰੇ ਆਪਾਂ ਦੇਖ ਲੈਂਦੇ ਹਾਂ ਆਪਣੇ ਵਾਸਤੇ। ਵੈਸੇ ਇਹਨਾਂ ਦੀਆਂ ਜਿਹੜੀਆਂ ਹੈਗੀਆਂ 5 ਲੜਾਈਆਂ ਮੇਨ ਰਹੀਆਂ ਨੇ ਜੀ। ਆਪਾਂ ਸਾਰੀਆਂ ਲੜਾਈਆਂ ਕਰਾਂਗੇ, ਲਾਸਟ ਜਿਹੜੀਆਂ 5 ਹੋਣਗੀਆਂ ਮੈਂ ਤੁਹਾਨੂੰ ਦੱਸ ਦਾਂਗਾ ਕਿਹੜੀਆਂ ਕਿਹੜੀਆਂ ਇੰਪੋਰਟੈਂਟ ਨੇ, ਤਾਂ ਉਹਨਾਂ ਨੂੰ ਜ਼ਰੂਰ ਯਾਦ ਰੱਖਣਾ। ਸਭ ਤੋਂ ਪਹਿਲਾਂ ਹੈਗਾ ਜੀ ਜਿਹੜੀ ਭਗਾਨੀ ਦੀ ਲੜਾਈ। ਭਗਾਨੀ ਦੀ ਲੜਾਈ ਜਿਹੜੀ ਹੋਈ ਹੈ 1688 ਈਸਵੀ ਦੇ ਵਿੱਚ ਹੋਈ ਸੀ। ਇਹ ਜਿਹੜਾ ਹੈਗਾ ਇਹ ਯੁੱਧ ਗੁਰੂ ਜੀ ਅਤੇ ਕਲੌਰ ਦਾ ਰਾਜਾ ਭੀਮ ਚੰਦ ਦੁਆਰਾ ਹੋਇਆ ਸੀ, ਜਿਹਦੇ ਵਿੱਚ ਕੀ ਹੋਇਆ ਸੀਗਾ ਜੀ, ਗੁਰੂ ਜੀ ਜਿੱਤ ਗਏ ਸੀਗੇ। ਉਸ ਤੋਂ ਬਾਅਦ ਇਹ ਨਦੌਣ ਦੀ ਲੜਾਈ। ਨਦੌਣ ਦੀ ਜਿਹੜੀ ਹੈਗੀ ਆ 1690 ਈਸਵੀ ਦੇ ਵਿੱਚ ਹੋਈ ਸੀ, ਜਿਹਦੇ ਵਿੱਚ ਗੁਰੂ ਜੀ ਅਤੇ ਅਲੀਫ ਖਾਨ, ਮੁਗਲਾਂ ਦਾ ਹੁੰਦਾ ਸੀਗਾ ਜੀ ਅਲੀਫ ਖਾਨ, ਉਹਨਾਂ ਦੁਆਰਾ ਹੋਈ ਸੀ, ਜਿਨ੍ਹਾਂ ਵਿੱਚ ਕੀ ਹੋਇਆ ਸੀਗਾ, ਗੁਰੂ ਜੀ ਜਿੱਤ ਗਏ ਸੀਗੇ। ਅਨੰਦਪੁਰ ਦੀ ਪਹਿਲੀ ਲੜਾਈ, ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਜਿਹੜੀ ਹੈਗੀ ਆ 1701 ਦੇ ਵਿੱਚ ਹੋਈ ਸੀ, ਗੁਰੂ ਜੀ ਅਤੇ ਕਲੌਰ ਦਾ ਰਾਜਾ ਭੀਮ ਚੰਦ ਦੇ ਦੁਆਰਾ। ਉਹਦੇ ਵਿੱਚ ਕੀ ਸੀਗਾ ਕਿ ਗੁਰੂ ਜੀ ਦੀ ਜਿੱਤ ਹੋਈ ਸੀਗੀ ਜੀ। ਅੱਗੇ ਜਿਹੜੀ ਲੜਾਈ ਹੋਈ ਸੀ ਨਿਰਮੋਹ ਦੀ ਲੜਾਈ। ਨਿਰਮੋਹ ਦੀ ਲੜਾਈ ਜਿਹੜੀ ਹੋਈ ਸੀਗੀ ਜੀ, ਤਾਂ ਉਹ 1702 ਦੇ ਈਸਵੀ ਦੇ ਵਿੱਚ ਹੋਈ ਸੀ, ਜਿਹਦੇ ਵਿੱਚ ਗੁਰੂ ਜੀ ਅਤੇ ਭੀਮ ਚੰਦ ਦੇ ਵਿਚਕਾਰ ਹੋਈ ਸੀ ਤੇ ਸਿੱਖਾਂ ਦੀ ਜਿਹਦੀ ਉਹਦੇ ਵਿੱਚ ਜਿੱਤ ਹੋਈ ਸੀ। ਉਸ ਤੋਂ ਬਾਅਦ ਹੋਈ ਸੀ ਦਸੌਲੀ ਦੀ ਲੜਾਈ। ਦਸੌਲੀ ਦੀ ਲੜਾਈ ਦੇ ਵਿੱਚ 1702 ਦੇ ਵਿੱਚ ਹੁੰਦੀ ਹੈ, ਜਿਹਦੇ ਵਿੱਚ ਗੁਰੂ ਜੀ ਤੇ ਭੀਮ ਚੰਦ ਦੇ ਦੁਆਰਾ ਵਿਚਕਾਰ ਹੁੰਦੀ ਹੈ ਤੇ ਗੁਰੂ ਜੀ ਦੀ ਕੀ ਹੁੰਦੀ ਹੈ ਜੀ, ਇਸ ਦੇ ਵਿੱਚ ਸਿੱਖਾਂ ਦੀ ਜਿੱਤ ਹੁੰਦੀ ਹੈ। ਉਸ ਤੋਂ ਬਾਅਦ ਹੁੰਦੀ ਹੈ ਜੀ ਆਹ ਜਿਹੜੀਆਂ ਹੈਗੀਆਂ ਜੀ, ਇਸ ਤੋਂ ਬਾਅਦ ਸਾਰੀਆਂ ਲੜਾਈਆਂ ਆਪਣੇ ਵਾਸਤੇ ਇੰਪੋਰਟੈਂਟ ਨੇ। ਪਹਿਲੀਆਂ ਲੜਾਈਆਂ 5 ਜਿਹੜੀਆਂ ਹੈਗੀਆਂ ਸੀ ਇੰਨੀਆਂ ਜ਼ਿਆਦਾ ਲੜਾਈਆਂ ਇੰਪੋਰਟੈਂਟ ਨਹੀਂ ਸੀਗੀਆਂ, ਜਿਵੇਂ ਭਗਾਨੀ ਦੀ, ਨਦੌਣ ਦੀ, ਪਹਿਲੀ ਲੜਾਈ ਅਨੰਦਪੁਰ ਸਾਹਿਬ ਦੀ, ਨਿਰਮੋਹ ਦੀ। ਠੀਕ ਹੈ, ਇਹ ਇੰਨੀਆਂ ਜ਼ਿਆਦਾ ਇੰਪੋਰਟੈਂਟ ਨਹੀਂ ਸੀਗੀਆਂ। ਹੁਣ ਜਿਹੜੀਆਂ ਅੱਗੇ ਜਿਹੜੀਆਂ ਆਉਣਗੀਆਂ ਲੜਾਈਆਂ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਅਨੰਦਪੁਰ ਸਾਹਿਬ ਦੀ ਦੂਜੀ ਲੜਾਈ। ਅਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈਸਵੀ ਦੇ ਵਿੱਚ ਹੋਈ ਸੀ। ਕਿਹਦੇ ਵਿਚਕਾਰ? ਗੁਰੂ ਜੀ ਤੇ ਵਜ਼ੀਰ ਖਾਨ ਦੇ ਵਿਚਕਾਰ, ਜਿਹਦੇ ਵਿੱਚ ਕੀ ਹੋਇਆ ਸੀਗਾ, ਇਸ ਲੜਾਈ ਦੇ ਵਿੱਚ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ ਤੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਵਜ਼ੀਰ ਖਾਨ ਨੇ ਸਰਹੰਦ ਦੇ ਵਿੱਚ ਨੀਹਾਂ ਵਿੱਚ ਚਿਣਾ ਦਿੱਤੇ ਗਏ। ਉਹ ਕਿਹੜੀ ਲੜਾਈ ਸੀਗੀ? ਤਾਂ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਸੀ। ਪੇਪਰ ਦੇ ਵਿੱਚ ਪਹਿਲੀ ਲੜਾਈ ਵੀ ਪਾਉਂਦਾ ਐਗਜ਼ਾਮੀਨਰ ਤੇ ਦੂਜੀ ਲੜਾਈ ਵੀ ਪਾਉਂਦਾ, ਤੇ ਜ਼ਰੂਰ ਯਾਦ ਰੱਖਿਓ ਕਿ ਜਿਹੜੀ ਜਿਹੜਾ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਸਰਹੰਦ ਦੇ ਵਿੱਚ ਜਿਹੜੇ ਨੀਹਾਂ ਦੇ ਵਿੱਚ ਚਿਣਾਉਣ ਵਾਲਾ ਵਜ਼ੀਰ ਖਾਨ ਸੀਗਾ, ਉਹ ਅਨੰਦਪੁਰ ਦੀ ਦੂਜੀ ਲੜਾਈ ਦੇ ਵਿੱਚ ਹੋਇਆ ਸੀਗਾ ਵਾਕਿਆ ਉਹ। ਉਸ ਤੋਂ ਬਾਅਦ ਹੈ ਜੀ ਚਮਕੌਰ ਦੀ ਲੜਾਈ। ਚਮਕੌਰ ਦੀ ਲੜਾਈ ਜਿਹੜੀ ਹੈਗੀ ਆ 1704 ਈਸਵੀ ਦੇ ਵਿੱਚ ਹੁੰਦੀ ਹੈ ਜੀ, ਗੁਰੂ ਜੀ ਦੁਆਰਾ ਤੇ ਮੁਗਲ ਫੌਜ ਦੇ ਵਿਚਕਾਰ ਹੁੰਦੀ ਹੈ। ਇਸ ਲੜਾਈ ਦਾ ਨਤੀਜਾ ਜਿਹੜਾ ਹੈਗਾ, ਵੱਡੇ ਸਾਹਿਬਜ਼ਾਦੇ ਜਿਹੜੇ ਹੈਗੇ ਆ ਇਹਨਾਂ ਦੁਆਰਾ ਸ਼ਹੀਦ ਕਰ ਦਿੱਤੇ ਗਏ ਸੀਗੇ। ਵੱਡੇ ਸਾਹਿਬਜ਼ਾਦੇ 2 ਉਹਨਾਂ ਦੇ ਜਿਹੜੇ ਪੁੱਤਰ ਸੀਗੇ ਅਜੀਤ ਸਿੰਘ ਤੇ ਜੁਝਾਰ ਸਿੰਘ। ਠੀਕ ਹੈ ਜੀ, ਅਜੀਤ ਸਿੰਘ ਅਤੇ ਜੁਝਾਰ ਸਿੰਘ, ਮੈਂ ਲਿਖ ਦਿੰਦਾ ਇੱਥੇ।
ਅਜੀਤ ਸਿੰਘ, ਜੁਝਾਰ ਸਿੰਘ, ਠੀਕ ਹੈ। ਅਤੇ 35 ਸਿੱਖ ਜਿਹੜੇ ਹੈਗੇ ਸੀ ਉਹਨਾਂ ਦੇ ਸ਼ਹੀਦ ਹੋ ਗਏ ਸੀਗੇ। ਤੇ ਇਹਦੇ ਵਿੱਚ ਜਿਹੜੀ ਜਿੱਤ ਜਿਹੜੀ ਹੈਗੀ ਸੀ ਮੁਗਲਾਂ ਦੀ ਹੋਈ ਸੀਗੀ, ਤਾਂ ਜ਼ਰੂਰ ਯਾਦ ਰੱਖਿਓ। ਆਨੰਦਪੁਰ ਦੀ ਦੂਜੀ ਲੜਾਈ ਅਤੇ ਚਮਕੌਰ ਦੀ ਲੜਾਈ, ਇਹਦੇ ਵਿੱਚ ਕੀ ਸੀਗੀ, ਮੁਗਲਾਂ ਦੀ ਜਿੱਤ ਹੋਈ ਸੀਗੀ। ਉਸ ਤੋਂ ਬਾਅਦ ਸੀਗਾ ਜੀ ਬੈਟਲ ਆਫ ਖਿਦਰਾਣੇ ਦੀ ਲੜਾਈ। ਖਿਦਰਾਣੇ ਦੀ ਲੜਾਈ ਹੋਈ ਸੀ 1705 ਈਸਵੀ ਦੇ ਵਿੱਚ, ਜਿਹਦੇ ਵਿੱਚ ਕੀ ਸੀਗਾ ਜੀ, ਗੁਰੂ ਜੀ ਤੇ ਮੁਗਲਾਂ ਦੇ ਵਿਚਕਾਰ ਹੋਈ। ਇਸ ਲੜਾਈ ਵਿੱਚ ਸਿੱਖਾਂ ਦੀ ਜਿੱਤ ਹੋਈ, ਤੇ ਪਰ ਜਿਹੜੇ 40 ਸਿੱਖ ਜਿਹੜੇ ਹੈਗੇ ਸੀਗੇ ਉਹ ਸ਼ਹੀਦ ਹੋ ਗਏ। 40 ਮੁਕਤੇ ਵੀ ਜਿਹੜੇ ਹੈਗੇ ਮੁਕਤਿਆਂ ਦੇ ਨਾਮ ਨਾਲ ਵੀ ਮਸ਼ਹੂਰ ਹੈ ਜੀ। 40 ਮੁਕਤੇ ਜਾਂ 40 ਸਿੱਖ ਜਿਹੜੇ ਹੈਗੇ ਆ ਜੀ ਉਸ ਸਮੇਂ ਸ਼ਹੀਦ ਹੋ ਗਏ ਸੀ। ਤੇ ਇਹਨਾਂ ਦਾ ਜਿਹੜਾ ਹੈਗਾ ਇਹ ਮਾਘੀ ਤੋਂ ਇੱਕ ਦਿਨ ਪਹਿਲਾਂ ਲੜਾਈ ਹੋਈ ਸੀ। ਉਸ ਸਮੇਂ ਇਹਨਾਂ ਦੀ ਯਾਦ ਦੇ ਵਿੱਚ ਹੀ ਮਾਘੀ ਦਾ ਮੇਲਾ ਮਨਾਇਆ ਜਾਂਦਾ। ਤੇ ਇਹ ਜਿਹੜੀਆਂ ਇੰਪੋਰਟੈਂਟ ਉਹਨਾਂ ਦੀਆਂ ਲੜਾਈਆਂ ਸੀਗੀਆਂ, ਜ਼ਰੂਰ ਯਾਦ ਰੱਖਿਓ ਜੀ। ਆਖਰ ਦੇ ਵਿੱਚ ਕੀ ਸੀਗਾ, ਉਹਨਾਂ ਦਾ ਜਿਹੜਾ ਕੁਝ ਸਮਾਂ ਅੱਗੇ ਜਿਹੜਾ ਹੈਗਾ ਕੁਝ ਸਮਾਂ ਖਿਦਰਾਣਾ ਬਿਤਾਉਣ ਤੋਂ ਬਾਅਦ ਆਪ ਤਲਵੰਡੀ ਸਾਬੋ ਦੇ ਵਿੱਚ ਆ ਗਏ। ਤੇ ਇੱਥੇ ਆਪ ਜੀ ਨੇ 9 ਮਹੀਨੇ ਜਿਹੜੇ ਹੈਗੇ ਆ ਤਲਵੰਡੀ ਸਾਬੋ ਦੇ ਵਿੱਚ ਬਤੀਤ ਕੀਤੇ ਗੁਰੂ ਜੀ ਨੇ। ਤੇ ਉੱਥੇ 10ਵੇਂ ਗ੍ਰੰਥ ਦੀ ਰਚਨਾ ਕੀਤੀ ਜੀ। ਆਪ ਜੀ ਦਾ ਗੁਰਗੱਦੀ ਦਾ ਉੱਤਰਾਧਿਕਾਰੀ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਿਆ ਜੀ। ਜ਼ਰੂਰ ਯਾਦ ਰੱਖਿਓ ਕਿ ਉਹਨਾਂ ਨੇ ਆਪਣਾ ਉੱਤਰਾਧਿਕਾਰੀ ਜਿਹੜਾ ਹੈਗਾ ਸੀ ਅੱਗੇ 11ਵੇਂ ਗੁਰੂ ਜਾਂ 10ਵੇਂ ਗ੍ਰੰਥ ਜਿਹੜਾ ਹੈਗਾ ਜੀ, ਉਹਨਾਂ ਨੇ ਆਪਣਾ ਜਿਹੜਾ ਉੱਤਰਾਧਿਕਾਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਥਾਪਿਤ ਕਰ ਦਿੱਤਾ ਗਿਆ ਸੀ। ਤੇ 1708 ਈਸਵੀ ਦੇ ਵਿੱਚ ਉਹਨਾਂ ਦਾ ਆਖਰੀ ਸਮਾਂ ਮਹਾਰਾਸ਼ਟਰ ਦਾ ਨੰਦੇੜ ਦੇ ਵਿੱਚ ਉਹ ਜੋਤੀ ਜੋਤ ਸਮਾ ਗਏ। ਤਾਂ ਇਹ ਬਹੁਤ ਜ਼ਰੂਰੀ ਯਾਦ ਰੱਖਿਓ, ਜਿੱਥੇ ਮਹਾਰਾਜਾ ਰਣਜੀਤ ਸਿੰਘ ਠੀਕ ਹੈ, ਗੁਰਦੁਆਰਾ ਹਜੂਰ ਸਾਹਿਬ ਬਣਾਇਆ ਹੋਇਆ ਹੈ। ਇੱਥੇ ਮਹਾਰਾਸ਼ਟਰ ਦੇ ਵਿੱਚ ਕੀ ਹੈ ਜੀ, ਗੁਰਦੁਆਰਾ ਹਜੂਰ ਸਾਹਿਬ ਕਿਹਦੇ ਦੁਆਰਾ ਬਣਾਇਆ ਗਿਆ, ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਇਆ ਗਿਆ। ਦੇਖੋ ਇਹਨਾਂ ਦਾ ਜਦੋਂ ਜਨਮ ਹੋਇਆ ਸੀ ਪਟਨਾ ਦੇ ਵਿੱਚ, ਠੀਕ ਹੈ, ਤੇ ਉੱਥੇ ਵੀ ਇਹਨਾਂ ਨੇ ਕੀ ਕੀਤਾ ਸੀਗਾ ਜੀ, ਗੁਰਦੁਆਰਾ ਬਣਾਇਆ ਸੀਗਾ। ਠੀਕ ਹੈ, ਪਟਨਾ ਦੇ ਵਿੱਚ ਗੁਰਦੁਆਰਾ ਬਣਾਇਆ ਸੀਗਾ ਪਟਨਾ ਸਾਹਿਬ। ਤੇ ਉਹ ਵੀ ਕਿਹਦੇ ਦੁਆਰਾ ਬਣਾਇਆ ਗਿਆ ਸੀਗਾ, ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਇਆ ਗਿਆ ਸੀ। ਤੇ ਇਹਨਾਂ ਦੀ ਜਿੱਦੇ ਜੋਤੀ ਜੋਤ ਸਮਾਏ ਸੀਗੇ ਮਹਾਰਾਸ਼ਟਰ ਦੇ ਵਿੱਚ, ਉੱਥੇ ਵੀ ਇਹਨਾਂ ਦੁਆਰਾ ਗੁਰਦੁਆਰਾ ਬਣਾਇਆ ਗਿਆ ਸੀਗਾ ਹਜੂਰ ਸਾਹਿਬ। ਤਾਂ ਜ਼ਰੂਰ ਯਾਦ ਰੱਖਿਓ ਉਹ ਵੀ ਕਿਹਦੇ ਦੁਆਰਾ ਬਣਾਇਆ ਗਿਆ ਸੀਗਾ, ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਇਆ ਗਿਆ ਸੀਗਾ। ਤਾਂ ਅੱਜ ਦਾ ਜਿਹੜਾ ਸੈਸ਼ਨ ਹੈ ਜੀ ਇੱਥੇ ਹੀ ਕੰਪਲੀਟ ਹੁੰਦਾ ਹੈ। ਤੇ ਫਿਰ ਤੁਹਾਨੂੰ ਇੱਕ ਵਾਰੀ ਫਿਰ ਰਿਕੁਐਸਟ ਹੈ ਕਿ ਜਿਹੜਾ ਹੈਗਾ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਤਾਂ ਜੋ ਤੁਹਾਨੂੰ ਨਵੀਆਂ ਵੀਡੀਓ ਜਿਹੜੀਆਂ ਹੈਗੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਤੁਹਾਡਾ ਵੀਡੀਓ ਦੇਖਣ ਲਈ ਬਹੁਤ ਹੀ ਧੰਨਵਾਦ। ਥੈਂਕ ਯੂ।